Good evening, students. Today we will read next poem, No Men Are Foreign. It's clear from the name, beta. No men are foreign. It means no men are strange. Foreign ਦਾ ਮਤਲਬ ਕੀ ਹੁੰਦਾ? ਵਿਦੇਸ਼ੀ, ਜਿਹਨੂੰ ਅਸੀਂ ਨਹੀਂ ਜਾਣਦੇ ਹੈਗੇ। ਤਾਂ ਪੋਇਟ ਕੀ ਕਹਿ ਰਿਹਾ ਹੈਗਾ? ਪੋਇਟ ਕਹਿ ਰਿਹਾ ਕਹਿੰਦਾ no men are foreign, ਕੋਈ ਵੀ ਮਨੁੱਖ ਵਿਦੇਸ਼ੀ ਨਹੀਂ ਹੁੰਦਾ। ਲੋਕ ਜਿਹੜੇ ਨੇਗੇ ਉਹ ਅਜਨਬੀ ਨਹੀਂ ਹੁੰਦੇ। ਤਾਂ ਪੋਇਟ ਬੇਟੇ ਇਸ ਪੋਇਮ ਦਾ ਹੈ James Kirkup. Let's read a little bit about James Kirkup. James Kirkup was born in 1923. He won the Atlantic Award for Literature in 1950. He wrote some plays too. He worked as professor of English at Stockholm and at Tohoku University, Sendai, Japan. He was a versatile writer. Versatile ਦਾ ਮਤਲਬ ਹੁੰਦਾ ਹੈ ਬੇਟੇ ਬਹੁਪੱਖੀ, ਜਿਹੜਾ ਬਹੁਤ ਸਾਰੇ ਟੈਲੈਂਟਸ ਦੇ ਨਾਲ ਬੰਦਾ ਭਰਿਆ ਹੋਵੇ ਉਹਨੂੰ ਅਸੀਂ ਵਰਸਟਾਈਲ ਕਹਿੰਦੇ ਆ। ਜਿੱਦਾਂ ਇਹ ਇੱਕ ਪੋਇਟ ਵੀ ਹੈ ਤੇ ਪਲੇ ਰਾਈਟ ਵੀ ਹੈਗਾ, ਐਦਾਂ ਹੀ ਰਵਿੰਦਰਨਾਥ ਟੈਗੋਰ ਜਿਨ੍ਹਾਂ ਨੇ ਪੋਇਟਰੀ ਵੀ ਲਿਖੀ, ਨੋਵਲਸ ਵੀ ਲਿਖੇ, ਸ਼ਾਰਟ ਸਟੋਰੀਜ਼ ਲਿਖੀਆਂ, ਪਲੇਜ਼ ਲਿਖੀ। ਤਾਂ ਇਸ ਤਰ੍ਹਾਂ ਦੇ ਪਰਸਨ ਨੂੰ, ਇਸ ਤਰ੍ਹਾਂ ਦੇ ਰਾਈਟਰ ਨੂੰ ਬੇਟਾ ਵਰਸਟਾਈਲ ਰਾਈਟਰ ਕਿਹਾ ਜਾਂਦਾ ਹੈ। ਨਾਓ ਲੈਟ ਅਸ ਰੀਡ। First we will read the theme. The poet says that all men are equal. The poet ਕਹਿ ਰਿਹਾ ਹੈਗਾ ਕਹਿੰਦਾ ਸਾਰੇ ਮਨੁੱਖ ਕੀ ਨੇ? Equal, ਬਰਾਬਰ ਨੇ। One should love and respect others as one's equals. ਹਰ ਕਿਸੇ ਨੂੰ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ, ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ, ਉਹਨੂੰ ਆਪਣੇ ਬਰਾਬਰ ਦਾ ਸਮਝਣਾ ਚਾਹੀਦਾ ਹੈ। There is no real distinction between man and man. ਮਨੁੱਖ ਅਤੇ ਮਨੁੱਖ ਦੇ ਵਿਚਕਾਰ ਕੋਈ ਵੀ ਵਖਰੇਵਾਂ ਨਹੀਂ ਹੈ। ਅਸਲ ਦੇ ਵਿੱਚ no real distinction, ਅਸਲ ਦੇ ਵਿੱਚ ਕੋਈ ਵੀ ਵਖਰੇਵਾਂ ਨਹੀਂ ਹੈ। All distinctions are only man-made. ਧਰਮ ਦੇ ਆਧਾਰ ਤੇ, ਜਾਤੀ ਦੇ ਆਧਾਰ ਤੇ, ਰੰਗ ਦੇ ਆਧਾਰ ਤੇ, ਨਸਲ ਦੇ ਆਧਾਰ ਤੇ ਅਲੱਗ-ਅਲੱਗ ਤਰ੍ਹਾਂ ਦੇ ਜੋ ਵਖਰੇਵੇਂ ਪਾਏ ਗਏ ਨੇ ਉਹ ਕਿਹਨੇ ਕੀਤੇ ਨੇ? ਮਨੁੱਖ ਨੇ। ਮੈਨ ਮੇਡ ਨੇ, ਉਹ ਕੁਦਰਤ ਨੇ ਨਹੀਂ ਕੀਤੇ। ਐਂਡ ਫਿਊਟਾਈਲ, ਇਸੇ ਲਈ ਇਹ ਫਿਰ ਯੂਜ਼ਲੈਸ ਵੀ ਨੇ। ਕੀ ਯੂਜ਼ਲੈਸ ਹੈਗਾ ਬੇਟੇ? ਵਖਰੇਵੇਂ ਜਿਹੜੇ ਅਲੱਗ-ਅਲੱਗ ਅਸੀਂ ਸੋਚਦੇ ਹਾਂ ਉਹ ਉਸ ਧਰਮ ਦਾ ਹੈਗਾ, ਉਹਦਾ ਧਰਮ ਹੋਰ ਹੈ, ਉਹਦੀ ਨਸਲ ਹੋਰ ਹੈ, ਉਹਦੀ ਕੰਟਰੀ ਹੋਰ ਹੈ। ਤਾਂ ਇਹ ਜਿਹੜੇ ਵਖਰੇਵੇਂ ਨੇਗੇ these are futile, useless. We should make this earth a heaven of peace, joy and equality based on mutual love, faith and prosperity. ਸਾਡੀ ਡਿਊਟੀ ਕੀ ਹੈ? ਸਾਡੀ ਡਿਊਟੀ ਇਹ ਹੈ, ਸਾਡਾ ਫਰਜ਼ ਇਹ ਹੈਗਾ ਕਿ ਅਸੀਂ ਇਸ ਧਰਤੀ ਨੂੰ ਇੱਕ ਹੈਵਨ ਬਣਾਈਏ, ਸਵਰਗ ਬਣਾਈਏ। ਸਵਰਗ ਕਿਸ ਚੀਜ਼ ਦਾ? ਸ਼ਾਂਤੀ, ਖੁਸ਼ੀ ਅਤੇ ਬਰਾਬਰਤਾ। ਉਹ ਥਾਂ, ਉਹ ਧਰਤੀ ਜਿਹਦੇ ਵਿੱਚ ਖੁਸ਼ੀ ਹੋਵੇ, ਬਰਾਬਰਤਾ ਹੋਵੇ ਤੇ ਸ਼ਾਂਤੀ ਹੋਵੇ। ਤੇ ਇਹ ਕਿੱਦਾਂ ਪੋਸੀਬਲ ਹੈ? ਉਦੋਂ ਜਦੋਂ ਅਸੀਂ ਆਪਸੀ ਪਿਆਰ, ਵਿਸ਼ਵਾਸ ਅਤੇ ਖੁਸ਼ਹਾਲੀ ਦੇ ਨਾਲ ਰਹਾਂਗੇ। ਹਾਊ ਕੈਨ ਵੀ ਡੂ ਦੈਟ? ਹੁਣ ਕੁਐਸਚਨ ਇਹ ਹੈਗਾ ਕਿ ਅਸੀਂ ਕਿੱਦਾਂ ਕਰ ਸਕਦੇ ਹਾਂ? ਅਸੀਂ ਆਪਸ ਦੇ ਵਿੱਚ ਪਿਆਰ, ਆਪਸ ਦੇ ਵਿੱਚ ਵਿਸ਼ਵਾਸ ਤੇ ਆਪਸ ਦੇ ਵਿੱਚ ਖੁਸ਼ਹਾਲੀ ਕਿੱਦਾਂ ਵਧਾ ਸਕਦੇ ਹਾਂ? ਉਹਦੇ ਲਈ ਫਿਰ ਪੋਇਟ ਆਨਸਰ ਕਰ ਰਿਹਾ ਹੈਗਾ ਬੇਟੇ। ਕੀ ਕਹਿ ਰਿਹਾ? ਕਹਿੰਦਾ ਰਿਮੈਂਬਰ, ਯਾਦ ਰੱਖੋ, no men are strange. ਕੋਈ ਵੀ ਮਨੁੱਖ ਅਜਨਬੀ ਨਹੀਂ ਹੁੰਦਾ। No men are foreign, no men are strange. ਕੋਈ ਵੀ ਮਨੁੱਖ ਅਜਨਬੀ ਨਹੀਂ ਹੁੰਦਾ। No country is foreign. ਤੇ ਕੋਈ ਵੀ ਧਰਤੀ ਜਿਹੜੀ ਹੈ ਉਹ ਵਿਦੇਸ਼ ਨਹੀਂ ਹੁੰਦੀ। ਇਹਦਾ ਅਰਥ ਕੀ ਹੈ ਬੇਟਾ? ਕਿ ਮਨੁੱਖ ਜੋ ਨੇ ਉਹ ਬਰਾਬਰ ਨੇ। ਕੁਦਰਤ ਨੇ ਸਾਨੂੰ ਸਾਰਿਆਂ ਨੂੰ ਇੱਕੋ ਜਿਹੀ ਲਾਈਫ ਦਿੱਤੀ ਹੈਗੀ, ਇੱਕੋ ਜਿਹੀ ਜ਼ਿੰਦਗੀ ਦਿੱਤੀ ਹੈਗੀ। ਫਿਰ ਅਸੀਂ ਕਿਵੇਂ ਕਹਿੰਦੇ ਆਂਗੇ ਕਿ ਉਹ ਬੰਦੇ ਨੂੰ ਤਾਂ ਅਸੀਂ ਜਾਣਦੇ ਨਹੀਂ ਜੀ, ਉਹ ਤਾਂ ਹੋਰ ਦੇਸ਼ ਦੇ ਵਿੱਚ ਰਹਿੰਦਾ, ਉਹ ਜਿਹੜੀ ਕੰਟਰੀ ਹੈਗੀ ਉਹ ਤਾਂ ਵਿਦੇਸ਼ੀ ਧਰਤੀ ਹੈਗੀ। Remember, no men are strange, no country is foreign. Beneath all uniforms, uniform ਕੋਈ ਮਰਜ਼ੀ ਹੋਵੇ, ਅਲੱਗ-ਅਲੱਗ ਦੇਸ਼ਾਂ ਦੀਆਂ ਆਪਣੀਆਂ ਯੂਨੀਫਾਰਮਸ ਨੇ, ਅਲੱਗ-ਅਲੱਗ ਦੇਸ਼ਾਂ ਦੇ ਆਪਣੇ ਤਰੀਕੇ ਨੇਗੇ, ਤੌਰ ਤਰੀਕੇ ਨੇਗੇ। ਬਟ ਇਹਨਾਂ ਸਾਰੀਆਂ ਯੂਨੀਫਾਰਮਸ ਦੇ ਨੀਚੇ ਕੀ ਹੈ? ਅ ਸਿੰਗਲ ਬੋਡੀ ਬਰੀਥ ਲਾਈਕ ਅਵਰਸ। ਜੋ ਸਰੀਰ ਸਾਹ ਲੈ ਰਿਹਾ ਹੈਗਾ, ਜੋ ਸਰੀਰ ਸਾਹ ਲੈ ਰਿਹਾ ਹੈ, ਉਹ ਸਰੀਰ ਸਾਡੇ ਵਰਗਾ ਹੀ ਹੈ। ਤਾਂ ਇਹਨਾਂ ਯੂਨੀਫਾਰਮਸ ਕੀ ਨੇ? ਇਹ ਯੂਨੀਫਾਰਮਸ ਤਾਂ ਵਖਰੇਵਿਆਂ ਵਾਸਤੇ ਨੇ, ਡਿਸਟਿੰਕਸ਼ਨ ਵਾਸਤੇ ਨੇ। ਠੀਕ ਹੈ? ਤਾਂ ਇਹਨਾਂ ਯੂਨੀਫਾਰਮਸ ਦੇ ਨੀਚੇ ਜੋ ਬੋਡੀ ਹੈ that is single, ਉਹ ਸਭ ਦੀ ਸੇਮ ਹੈ, ਸਾਹ ਲੈ ਰਿਹਾ ਹੈ। ਜੋ ਕੁਦਰਤ ਨੇ ਜੋ ਪ੍ਰਾਣੀ ਬਣਾਇਆ ਹੈ ਉਹ ਸਾਰੇ ਇੱਕੋ ਜਿਹੇ ਨੇ।
The land our brothers walk upon is earth like this. ਉਹ ਧਰਤੀ ਜਿਹਦੇ ਉੱਪਰ ਸਾਡੇ ਭਰਾ ਤੁਰਦੇ ਨੇ, ਸਾਡੇ ਭਰਾ ਕੌਣ? ਉਹ ਸਾਰੇ ਜਿਹੜੇ ਹੋਰਾਂ ਧਰਤੀਆਂ ਦੇ ਉੱਪਰ ਰਹਿੰਦੇ ਨੇ। ਪਰ ਜਿਸ ਧਰਤੀ ਦੇ ਉੱਪਰ ਉਹ ਤੁਰਦੇ ਨੇ, ਜਿਸ ਜ਼ਮੀਨ ਦੇ ਉੱਪਰ ਤੁਰਦੇ ਨੇ, ਉਹ ਜ਼ਮੀਨ ਸਾਡੀ ਧਰਤੀ ਵਰਗੀ ਹੀ ਹੈ। ਕੀ ਏਦਾਂ ਹੋ ਸਕਦਾ ਕਿ ਕਿਸੇ ਕੰਟਰੀ ਦੇ ਲੋਕ ਧਰਤੀ ਤੇ ਤੁਰਦੇ ਨੇ ਤਾਂ ਹਵਾ 'ਚ ਉੱਡਦੇ ਰਹਿੰਦੇ ਨੇਗੇ? ਨੋ, ਇਟਸ ਇੰਪੋਸੀਬਲ। ਤਾਂ ਜਦੋਂ ਧਰਤੀ ਸਾਡੀ ਇੱਕ ਹੈ, ਜ਼ਮੀਨ ਇੱਕ ਹੈ, in which we all shall lie, ਤੇ ਇਹ ਉਹੀ ਅਰਥ ਹੈ, ਉਹੀ ਧਰਤੀ ਹੈ ਜਿਹਦੇ ਵਿੱਚ ਅਸੀਂ ਮਰਨ ਤੋਂ ਬਾਅਦ ਸਾਰਿਆਂ ਨੇ ਇੱਕ ਜਗ੍ਹਾ ਦੇ ਉੱਪਰ ਇਕੱਠੇ ਹੋ ਜਾਣਾ। ਅਲੱਗ-ਅਲੱਗ ਧਰਮਾਂ ਦੇ ਵਿੱਚ ਅਕੋਰਡਿੰਗ ਟੂ देयर ਰਿਲੀਜੀਅਸ ਕਸਟਮਸ ਕਿਸੇ ਨੂੰ ਦਫਨਾਇਆ ਜਾਂਦਾ ਹੈ, ਕਿਸੇ ਨੂੰ ਜਲਾਇਆ ਜਾਂਦਾ ਹੈਗਾ, ਬਟ ਫਾਈਨਲੀ ਵੀ ਮਰਜ ਇਨਟੂ ਦ ਅਰਥ। ਫਾਈਨਲੀ ਤਾਂ ਅਸੀਂ ਮਿੱਟੀ ਦੇ ਨਾਲ ਹੀ ਇੱਕ ਹੋ ਜਾਂਦੇ ਹਾਂ। ਤਾਂ ਅਰਥ ਕੀ ਹੋਇਆ ਬੇਟਾ ਕਿ ਉਹ ਜ਼ਮੀਨ ਜਿਹਦੇ ਉੱਪਰ ਅਸੀਂ ਤੁਰਦੇ ਹਾਂ, ਉਹ ਜ਼ਮੀਨ ਜਿਹਦੇ ਵਿੱਚ ਅੰਤ ਦੇ ਵਿੱਚ ਅਸੀਂ ਮਿੱਟੀ 'ਚ ਮਿੱਟੀ ਹੋ ਜਾਂਦੇ ਹਾਂ, ਉਹ ਇੱਕੋ ਹੀ ਹੈ, ਉਹ ਇਸ ਜ਼ਮੀਨ ਵਰਗੀ ਹੈ ਜਿਸ ਜ਼ਮੀਨ ਤੇ ਅਸੀਂ ਹਾਂ। ਦੇ ਕੌਣ? ਉਹ ਕੌਣ ਬੇਟੇ? ਜਿਨ੍ਹਾਂ ਨੂੰ ਅਸੀਂ ਸਟਰੇਂਜ ਕਹਿ ਦਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਫੋਰਨ ਕਹਿ ਦਿੰਦੇ ਹਾਂ। ਦੇ ਟੂ ਅਵੇਅਰ ਆਫ ਸਨ, ਉਹ ਵੀ ਸੂਰਜ ਨੂੰ ਜਾਣਦੇ ਨੇ। ਏਅਰ ਐਂਡ ਵਾਟਰ, ਉਹੀ ਹਵਾ, ਉਹੀ ਪਾਣੀ, ਉਹੀ ਸੂਰਜ, ਸਭ ਦਾ ਸਾਂਝ ਹੈਗਾ। ਆਰ ਫੈਡ ਬਾਈ ਪੀਸਫੁਲ ਹਾਰਵੈਸਟ, ਤੇ ਜਦੋਂ ਸ਼ਾਂਤੀ ਹੁੰਦੀ ਹੈਗੀ ਤਾਂ ਉਹਨਾਂ ਦੇ ਖੇਤਾਂ 'ਚ ਵੀ ਫਸਲਾਂ ਲਹਿਰਾਉਂਦੀਆਂ ਨੇਗੀਆਂ। ਦੇ ਆਰ ਫੈਡ ਬਾਈ, ਤੇ ਉਹ ਖੁਸ਼ੀ ਨਾਲ ਆਪਣਾ ਪੇਟ ਭਰਦੇ ਨੇ। ਅਰਥ ਕੀ ਹੋਇਆ ਬੇਟੇ ਕਿ ਜਦੋਂ ਸ਼ਾਂਤੀ ਹੁੰਦੀ ਹੈਗੀ ਪੂਰੀ ਦੁਨੀਆ ਦੇ ਵਿੱਚ ਸਾਰੇ ਕਿਤੇ, ਤਾਂ ਉਹ ਵੀ ਉਸ ਸ਼ਾਂਤੀ ਨੂੰ ਇੰਜੋਏ ਕਰਦੇ ਨੇ। ਬਾਈ ਵਾਰਸ ਲੌਂਗ ਵਿੰਟਰ ਸਟਾਰਵਡ, ਤੇ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਵੀ ਜੇ ਜੰਗ ਲੱਗ ਜਾਂਦੀ ਹੈ ਤਾਂ ਉਹਦਾ ਅਸਰ ਸਾਰੇ ਕਿਤੇ ਪੈਂਦਾ ਹੈਗਾ। ਯੁੱਧ ਦੇ ਵਿੱਚ ਉਹ ਵੀ ਭੁੱਖੇ ਮਰਦੇ ਨੇ। ਤਾਂ ਅਰਥ ਕੀ ਹੋਇਆ ਬੇਟੇ, ਅਗਰ ਪੂਰੀ ਦੁਨੀਆ ਦੇ ਵਿੱਚ ਅਮਨ ਚੈਨ ਹੈ ਤਾਂ ਉਹ ਤਾਂ ਬਾਕੀ ਜਿਨ੍ਹਾਂ ਨੂੰ ਅਸੀਂ ਫੋਰਨ ਕਹਿੰਦੇ ਆਂਗੇ, ਜਿਨ੍ਹਾਂ ਨੂੰ ਅਸੀਂ ਸਟਰੇਂਜਰਸ ਕਹਿੰਦੇ ਆ, ਪੀਸਫੁਲ ਹਾਰਵੈਸਟਸ ਦੇ ਵਿੱਚ ਉਹ ਵੀ ਖੁਸ਼ ਹੁੰਦੇ ਨੇਗੇ। ਤੇ ਵਾਰ ਜਦੋਂ ਯੁੱਧ ਹੁੰਦੇ ਨੇਗੇ ਤਾਂ ਯੁੱਧ ਦੀਆਂ ਸ਼ੀਤ ਲਹਿਰਾਂ ਦੇ ਵਿੱਚ ਉਹ ਵੀ ਭੁੱਖੇ ਮਰਦੇ ਨੇਗੇ, ਉਹ ਵੀ ਤਕਲੀਫ ਦੇ ਵਿੱਚ ਆਉਂਦੇ। Their hands are ours, and in their lines we read a labor not different from our own. Their hands are ours, ਉਹਨਾਂ ਦੇ ਹੱਥ ਸਾਡੇ ਹੱਥਾਂ ਵਰਗੇ ਨੇ। And in their lines we read, ਤੇ ਉਹਨਾਂ ਦੀਆਂ ਹੱਥਾਂ ਦੀਆਂ ਲਕੀਰਾਂ ਦੇ ਵਿੱਚ we read a labor, ਅਸੀਂ ਇੱਕ ਮਿਹਨਤ ਦੇਖਦੇ ਹਾਂ। ਉਹ ਮਿਹਨਤ not different from our own, ਉਹ ਮਿਹਨਤ ਜੋ ਸਾਡੀ ਮਿਹਨਤ ਦੇ ਨਾਲੋਂ ਜ਼ਿਆਦਾ ਡਿਫਰੈਂਟ ਨਹੀਂ ਹੈ। ਜੇ ਸਾਡੇ ਹੱਥ ਮਿਹਨਤਕਸ਼ ਨੇ, ਜੇ ਅਸੀਂ ਮਿਹਨਤ ਕਰਕੇ ਰੋਟੀ ਖਾਂਦੇ ਹਾਂ, ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਉਹੀ ਮਿਹਨਤ ਦੀਆਂ ਲਕੀਰਾਂ ਨੇ। ਰਿਮੈਂਬਰ, ਦੇ ਹੈਵ ਆਈਜ਼, ਯਾਦ ਰੱਖੋ ਉਹਨਾਂ ਦੀਆਂ ਵੀ ਅੱਖਾਂ ਨੇ, ਲਾਈਕ ਆਵਰਸ, ਸਾਡੀਆਂ ਅੱਖਾਂ ਵਰਗੀਆਂ। ਦੈਟ ਵੇਕ ਔਰ ਸਲੀਪ, ਉਹ ਵੀ ਸੌਂਦੇ ਨੇ, ਉਹ ਵੀ ਜਾਗਦੇ ਨੇ। ਐਂਡ ਸਟਰੈਂਥ ਦੈਟ ਕੈਨ ਬੀ ਵਨ ਬਾਈ ਲਵ, ਤੇ ਇੱਕ ਤਾਕਤ, ਉਹਨਾਂ ਦੇ ਵਿੱਚ ਵੀ ਇੱਕ ਤਾਕਤ ਹੈ, ਉਹ ਤਾਕਤ ਜਿਹਨੂੰ ਸਿਰਫ ਤੇ ਸਿਰਫ ਪਿਆਰ ਨਾਲ ਜਿੱਤਿਆ ਜਾ ਸਕਦਾ। ਇਨ ਐਵਰੀ ਲੈਂਡ ਇਜ਼ ਕਾਮਨ ਲਾਈਫ, ਹਰ ਇੱਕ ਧਰਤੀ, ਚਾਹੇ ਉਹ ਧਰਤੀ ਨੂੰ ਕਿਸੇ ਵੀ ਦੇਸ਼ ਦਾ ਨਾਂ ਦੇ ਦਿੱਤਾ ਜਾਵੇ, ਹਰ ਇੱਕ ਧਰਤੀ ਦੀ ਜ਼ਿੰਦਗੀ ਜਿਹੜੀ ਹੈ ਉਹ ਸਾਂਝੀ ਹੈ, ਕਾਮਨ ਹੈ। that all can recognize and understand, ਉਹ ਕਾਮਨ ਲਾਈਫ ਜਿਹਨੂੰ ਸਾਰੇ ਪਛਾਣਦੇ ਨੇ, ਸਾਰੇ ਅੰਡਰਸਟੈਂਡ ਕਰਦੇ ਨੇ। ਦੇਖੋ ਕਾਮਨ ਲਾਈਫ ਦਾ ਭਾਵ ਕੀ ਹੈ ਬੇਟਾ? food, shelter and clothes, these are our basic needs। ਤੇ cloth, shelter and food, ਇਹਨਾਂ ਤਿੰਨਾਂ ਚੀਜ਼ਾਂ ਦੇ ਲਈ ਹੀ we struggle, we strive, ਅਸੀਂ ਸੰਘਰਸ਼ ਕਰਦੇ ਹਾਂ, ਮਿਹਨਤਾਂ ਕਰਦੇ ਹਾਂ ਇਸੇ ਲਈ। ਤੇ ਇਹੀ ਇੱਕ ਬੇਸਿਕ ਨੀਡਸ ਨੇ ਜਿਹੜੀਆਂ ਇੱਕ ਕਾਮਨ ਲਾਈਫ ਬਣਾਉਂਦੀਆਂ ਨੇ। ਤੇ ਇਹ ਕਾਮਨ ਲਾਈਫ ਇਟ ਇਜ਼ ਰਿਕੋਗਨਾਈਜ਼ਡ ਆਲ ਓਵਰ ਦ ਵਰਲਡ। ਲੈਟ ਅਸ ਰਿਮੈਂਬਰ, ਆਓ ਕਹਿੰਦਾ ਯਾਦ ਰੱਖੀਏ, whenever we are told to hate our brothers, ਜਦੋਂ ਵੀ ਸਾਨੂੰ ਕਿਹਾ ਜਾਂਦਾ ਹੈ, we are told, ਸਾਨੂੰ ਕਿਹਾ ਜਾਂਦਾ ਹੈ, ਸਾਨੂੰ ਕੀ ਕਿਹਾ ਜਾਂਦਾ ਹੈ? to hate our brothers, ਕਿ ਉਹਨਾਂ ਦੇ ਨਾਲ ਨਫ਼ਰਤ ਕਰੋ। ਕਿਹਨਾਂ ਨਾਲ ਨਫ਼ਰਤ ਕਰੋ? ਇਹ ਦੂਜੇ ਦੇਸ਼ ਦੇ ਨੇ। ਕੌਣ ਕਹਿੰਦਾ ਬੇਟੇ? ਪੋਲੀਟੀਸ਼ੀਅਨਸ। ਜੇਮਸ ਕਿਰਕਪ ਬਿਨਾਂ ਪੋਲੀਟੀਸ਼ੀਅਨਸ ਦਾ ਨਾਮ ਲਏ ਬੇਟੇ ਇੱਥੇ ਇਹੀ ਕਹਿ ਰਿਹਾ ਹੈਗਾ, we are told by someone, ਸਾਨੂੰ ਕਿਸੇ ਦੁਆਰਾ ਹੀ ਕਿਹਾ ਜਾਂਦਾ ਹੈ। ਕੌਣ ਹੈ ਕਹਿਣ ਵਾਲਾ? ਕਹਿਣ ਵਾਲੇ ਪੋਲੀਟੀਸ਼ੀਅਨਸ ਨੇਗੇ ਬੇਟੇ। ਕੀ ਕਿਹਾ ਜਾਂਦਾ ਹੈ? to hate our brothers, ਸਾਨੂੰ ਸਾਡੇ ਭਰਾਵਾਂ ਨਾਲ ਨਫ਼ਰਤ ਕਰਨ ਲਈ ਕਿਹਾ ਜਾਂਦਾ ਹੈ। ਇੱਕ ਦੇਸ਼ ਦੇ ਵਿੱਚ ਰਹਿੰਦੇ ਹੋਏ
ਉਹ ਹਿੰਦੂ ਹੈ, ਉਹ ਸਿੱਖ ਹੈ, ਉਹ ਮੁਸਲਮਾਨ ਹੈ, ਉਹ ਈਸਾਈ ਹੈ, ਠੀਕ ਹੈ, ਉਹਨਾਂ ਦੇ ਵਿੱਚ ਵੀ ਵਖਰੇਵੇਂ ਪਾ ਦਿੱਤੇ ਜਾਂਦੇ ਨੇ। ਉਹ ਹੈਗੇ ਸਾਡੇ ਭਰਾ, ਪਰ ਸਾਨੂੰ ਉਹਨਾਂ ਨਾਲ ਨਫ਼ਰਤ ਕਰਨੀ ਸਿਖਾਈ ਜਾਂਦੀ ਹੈ। ਲੈਟ ਅਸ ਰਿਮੈਂਬਰ, ਯਾਦ ਰੱਖੋ, whenever we are told to hate our brothers, ਜਦੋਂ ਵੀ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਅਸੀਂ ਆਪਣੇ ਭਰਾਵਾਂ ਨੂੰ ਨਫ਼ਰਤ ਕਰੀਏ, it is ourselves that we shall dispossess, ਉਦੋਂ ਅਸਲ ਦੇ ਵਿੱਚ ਅਸੀਂ ਆਪਣੇ ਆਪ ਨੂੰ ਨਫ਼ਰਤ ਕਰ ਰਹੇ ਹੁੰਦੇ ਹਾਂ। ਡਿਸਪੋਜੈਸ ਕਰਨਾ ਹੁੰਦਾ ਹੈਗਾ ਬੇਟੇ, ਆਪਣੇ ਆਪ ਨਾਲ ਧੋਖਾ ਕਰਨਾ, ਆਪਣੇ ਆਪ ਦੇ ਨਾਲ ਨਫ਼ਰਤ ਕਰਨੀ। ਉਸ ਵਕਤ ਅਸੀਂ ਆਪਣੇ ਭਰਾਵਾਂ ਨਾਲ ਨਹੀਂ, ਅਸੀਂ ਆਪਣੇ ਆਪ ਦੇ ਨਾਲ ਧੋਖਾ ਕਰ ਰਹੇ ਹਾਂ। ਬਿਟਰੇ ਦਾ ਮੀਨਿੰਗ ਵੀ ਇਹੀ ਹੈ ਬੇਟਾ, ਧੋਖਾ ਕਰਨਾ। ਕੰਡੈਮ, ਦੋਸ਼ੀ ਮੰਨਣਾ ਕਿਸੇ ਨੂੰ, ਤਾਂ ਉਦੋਂ ਦੋਸ਼ ਅਸੀਂ ਦੂਜਿਆਂ ਦੇ ਨਹੀਂ ਲਾ ਰਹੇ ਹੁੰਦੇ, ਅਸੀਂ ਦੋਸ਼ੀ ਆਪ ਬਣ ਰਹੇ ਹੁੰਦੇ ਹਾਂ। ਤਾਂ ਭਾਵ ਕੀ ਹੈ ਬੇਟੇ, ਜਦੋਂ ਅਸੀਂ ਆਪਣੇ ਭਰਾਵਾਂ ਨੂੰ ਹੀ ਨਫ਼ਰਤ ਕਰਦੇ ਹਾਂ ਤਾਂ ਉਸ ਵਕਤ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ, ਅਸੀਂ ਆਪਣੇ ਆਪ ਨੂੰ ਦੋਸ਼ੀ ਬਣਾ ਲੈਂਦੇ ਹਾਂ, ਅਸੀਂ ਆਪਣੇ ਆਪ ਨੂੰ ਡਿਸਪੋਜੈਸ ਕਰ ਲੈਂਦੇ ਹਾਂ। ਰਿਮੈਂਬਰ, ਯਾਦ ਰੱਖੋ, ਅਸੀਂ who take up arms against each other, ਅਸੀਂ ਜਦੋਂ ਹਥਿਆਰ, ਅਸੀਂ ਇੱਕ ਦੂਜੇ ਦੇ ਖਿਲਾਫ ਹਥਿਆਰ ਚੁੱਕਦੇ ਹਾਂ। ਅਸੀਂ ਸਿਰਫ ਨਫ਼ਰਤ ਹੀ ਨਹੀਂ ਕਰਦੇ, ਉਸ ਨਫ਼ਰਤ ਤੋਂ ਅਗਲਾ ਸਟੈਪ ਇਹ ਹੁੰਦਾ ਕਿ ਅਸੀਂ ਹਥਿਆਰ ਚੁੱਕ ਲੈਂਦੇ ਹਾਂ। We who take up arms against each other, it is the human earth that we defy, ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਧਰਤੀ ਨੂੰ, ਉਹ ਧਰਤੀ ਨੂੰ ਜਿਹੜੀ ਸਭ ਦੀ ਸਾਂਝੀ ਹੈ, ਉਹ ਧਰਤੀ ਜਿਹਨੂੰ ਅਸੀਂ ਮਦਰ ਅਰਥ ਕਹਿੰਦੇ ਹਾਂ, ਅਸੀਂ ਉਹਨੂੰ ਡਿਫਾਈਲ ਕਰਦੇ ਹਾਂ। ਡਿਫਾਈਲ ਕਰਨਾ ਹੁੰਦਾ ਹੈਗਾ ਬੇਟੇ ਅਪਵਿੱਤਰ ਕਰਨਾ, ਅਸੀਂ ਆਪਣੀ ਧਰਤੀ ਨੂੰ ਹੀ ਅਪਵਿੱਤਰ ਕਰ ਦਿੰਦੇ ਹਾਂ। Our hells of fire and dust outrage the innocence of air, ਫਿਰ ਜਦੋਂ ਯੁੱਧ ਹੁੰਦੇ ਨੇ, hells of fire, ਉਦੋਂ ਅੱਗ, ਠੀਕ ਹੈ, ਯੁੱਧ ਦੇ ਵਿੱਚ ਅੱਗਾਂ ਬਲਦੀਆਂ ਨੇਗੀਆਂ, ਡਸਟ, ਤੇ ਨਿਕਲਦਾ ਹੋਇਆ ਤੋਪਾਂ ਦੇ ਵਿੱਚੋਂ, ਜੋ ਗਨਸ ਦੇ ਵਿੱਚੋਂ ਧੂੰਆਂ ਨਿਕਲਦਾ ਹੈਗਾ, ਜੋ ਇਹ ਧੂੰਆਂ ਤੇ ਅੱਗ ਹੈ ਨਫ਼ਰਤ ਦੀ, ਠੀਕ ਹੈ, ਯੁੱਧ ਦੇ ਮੈਦਾਨ ਦੇ ਵਿੱਚ ਜੋ ਅੱਗਾਂ ਲਾਈਆਂ ਜਾਂਦੀਆਂ ਨੇਗੀਆਂ ਜਾਂ ਜੋ ਤੋਪ ਦੇ ਗੋਲੇ ਡਿੱਗਦੇ ਨੇ, ਧੂੰਆਂ ਹੁੰਦਾ ਹੈਗਾ, ਉਹਦੇ ਨਾਲ ਕੀ ਹੁੰਦਾ ਹੈ, ਆਊਟਰੇਜ ਦਾ ਇਨੋਸੈਂਸ ਆਫ ਏਅਰ, ਸਾਡੀ ਹਵਾ ਦੀ ਜਿਹੜੀ ਮਾਸੂਮੀਅਤ ਹੈ ਉਹ ਖਤਮ ਹੋ ਜਾਂਦੀ ਹੈ। ਅਸੀਂ ਹਵਾ ਨੂੰ ਵੀ ਇੰਪਿਓਰ ਕਰ ਦਿੰਦੇ ਹਾਂ, ਦੈਟ ਇਜ਼ ਐਵਰੀਵੇਅਰ ਆਵਰ ਓਨ, ਉਹੀ ਏਅਰ, ਉਹੀ ਹਵਾ ਜਿਹੜੀ ਹਰ ਕਿਤੇ ਸਾਡੀ ਆਪਣੀ ਹੈ। ਤਾਂ ਜਦੋਂ ਹਵਾ ਦੂਸ਼ਿਤ ਹੁੰਦੀ ਹੈਗੀ ਤਾਂ ਹਵਾ ਕਿਸੇ ਇੱਕ ਕੰਟਰੀ ਦੀ ਦੂਸ਼ਿਤ ਨਹੀਂ ਹੁੰਦੀ, ਹਵਾ ਪੂਰੇ ਵਰਲਡ ਦੀ ਦੂਸ਼ਿਤ ਹੁੰਦੀ ਹੈ। ਰਿਮੈਂਬਰ, ਨੋ ਮੈਨ ਆਰ ਫੋਰਨ ਐਂਡ ਨੋ ਕੰਟਰੀ ਸਟ੍ਰੇਂਜ, ਇਸ ਲਈ ਯਾਦ ਰੱਖੋ, ਕਿਸੇ ਨਾਲ ਨਫ਼ਰਤ ਨਾ ਕਰੋ। ਨਫ਼ਰਤ ਕਿਉਂ ਕਰਦੇ ਹਾਂ, ਜਦੋਂ ਅਸੀਂ ਸੋਚਦੇ ਹਾਂ ਕਿ ਉਹ ਦੂਜੇ ਨੇ, ਕੋਈ ਦੂਜਾ ਤੇ ਹੈ ਹੀ ਨਹੀਂ। ਨੋ ਮੈਨ ਆਰ ਫੋਰਨ, ਕੋਈ ਵੀ ਵਿਦੇਸ਼ੀ ਨਹੀਂ ਹੈ। ਨੋ ਕੰਟਰੀ ਸਟ੍ਰੇਂਜ, ਤੇ ਕੋਈ ਵੀ ਜੋ ਦੇਸ਼ ਹੈ ਉਹ ਅਜਨਬੀ ਨਹੀਂ ਹੈ। So students, I hope you have got the meaning of the poem. Thank you.